वाहिगुरु जी का खालसा वाहिगुरु जी की फतेह। परम सन्मान योग सत्कार योग गुरु की साजी और नवाजी हुई गुरु का खास रूप गुरु खालसा साध संगत जीओ वड्डियां भागां वाले हो। अमृत वेले तो जगत गुरु श्री गुरु ग्रंथ साहिब जी महाराज जी की पवित्र हजूरी च हाजरियां भर के सतगुरु जी के दर्शन दीदारे करके गुरुदेव की अमृतमयी बाणी श्री आसा जी की वार दे शब्द कीर्तन आप जी ने सरवण किए हैं। उपरंत सतगुरु जी वालों बख्शिश किए गए पावन श्री मुखवाक हुक्मनामे की कथा सरवण करने वास्ते गुरु चरणों च तत्पर हो के सावधान हो के जुड़ बैठे हो। तीसरे पातशाह धन श्री गुरु अमरदास साहिब जी महाराज जी ने अज दे पवित्र पावन शब्द की दात सानू सारियां नू बख्शिश कीती है। कुछ समय लई सुरतियां बिरतियां एकाग्र करिए। सतगुरु जी के चरणों का ध्यान हिरदे च धारदियां होया रसना नू पवित्र करदियां आखो जी सतनाम श्री वाहिगुरु साहिब जी। सतनाम श्री वाहिगुरु साहिब जी। राग गूजरी महला तीजा घर पहला एक ओंकार सतगुर प्रसाद। राग गोजरी है। तीसरे पातशाह श्री गुरु अमरदास साहिब जी महाराज जी दे पावन पवित्र अमृत बचन हैं और पहले घर सुरताल विच शब्द नूं गायन करन दा हुक्म है। मंगलाचरण करते हैं। एक सतगुरु गुरु नानक साहब जी के घर का सिद्धांत अद्वैत का है। निराकार पार ब्रह्म परमेश्वर का स्वरूप सतगुरु जी वर्णन करदियां दसदे ने वो एक है। उस एक नूं अनेक रूप दे विच किवें वर्णन करके दसिया जांदा है। जे वो एक है तां फिर उस एक नूं संसार दे वखो वखरे मजहबां धर्मां मतां दे लोग वखो वखरे तरीके नाल किवें संबोधन करते हैं। वो एक अनेक रूप किवें हो सकता है। तां इहदा बारे इसदा जवाब देंदियां सतपुरुष महात्मा दसदे ने कि जैसे कोई मनुख जदों माता दे उदर विच सी तां केवल एक पिंड सी। एक पिंड हुंदा है जदों माता दे उदर विच है उदों एक पिंड है। जन्म होया तां मां दा पुत्र बन गया, पिता दा पुत्र हो गया, अपने दादे दा पोतरा हो गया, भैण दा भरा हो गया। जिवें जिवें वड्डा हुंदा चला गया फिर स्त्री दा पति होया, अपने बच्चों दा पिता होया, दादा होया, किसी दा चाचा बनया, मामा बनया, ताया बनया। हुण इक्को ही मनुख इतना कुछ किवें हो गया? मनुख तां इक्को ही है, शरीर तां इक्को ही है। तां जितने संबंध ने
ਉਹਨਾਂ ਸੰਬੰਧੀਆਂ ਦੇ ਕਰਕੇ ਉਹਨਾਂ ਦੀ ਉਪੇਖਿਆ ਵਿੱਚ ਸਭ ਤੋਂ ਵੱਖੋ ਵੱਖਰਾ ਰੂਪ ਹੋ ਗਿਆ। ਹੈ ਤਾਂ ਇੱਕੋ ਹੀ ਹੈ ਨਾ। ਇਸੇ ਤਰ੍ਹਾਂ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਇੱਕੋ ਹੀ ਹੈ। ਮਨੁੱਖ ਵਿੱਚ ਮਨੁੱਖ ਕੋਟੀ ਵਿੱਚ ਵਰਤਣ ਲੱਗ ਪਿਆ, ਯੋਗੀਆਂ 'ਚ ਯੋਗੀ ਰੂਪ ਹੋ ਕੇ ਵਰਤਣ ਲੱਗ ਪਿਆ, ਰਾਜਿਆਂ 'ਚ ਰਾਜਾ ਰੂਪ ਹੋ ਕੇ ਵਰਤਣ ਲੱਗ ਪਿਆ, ਭੋਗੀਆਂ ਵਿੱਚ ਭੋਗੀ ਰੂਪ ਹੋ ਕੇ ਵਰਤਣ ਲੱਗ ਪਿਆ। ਪਰ ਅਨੇਕਾਂ ਵਿੱਚ ਵਰਤਦਾ ਹੋਇਆ ਵੀ ਇੱਕ ਹੈ। ਗੰਨੇ ਤੋਂ ਰੋਹ ਪੈਦਾ ਹੁੰਦੀ, ਉਸ ਰੋਹ ਤੋਂ ਖੰਡ ਬਣਦੀ ਹੈ, ਗੁੜ ਬਣਦਾ ਹੈ, ਉਸ ਗੁੜ ਤੋਂ ਮਠਿਆਈਆਂ ਭਾਂਤ ਭਾਂਤ ਦੀਆਂ ਬਣ ਜਾਂਦੀਆਂ ਨੇ, ਕਿਤੇ ਬਰਫੀ ਬਣਦੀ, ਲੱਡੂ ਬਣਦੇ, ਸ਼ੱਕਰਪਾਰੇ ਬਣਦੇ। ਪਰ ਜੇ ਉਹਨਾਂ ਵਿੱਚ ਸੂਤਰ ਰੂਪ ਦੇ ਵਿੱਚ ਵੇਖੀਏ ਤੇ ਸਾਰਿਆਂ ਵਿੱਚ ਹੈ ਤਾਂ ਮਿਠਾਸ ਗੰਨੇ ਦੇ ਰਸ ਦੀ ਨਾ। ਅੱਗੇ ਉਹਦੇ ਰੂਪ ਮਿਠਾਸ ਦੇ ਵੱਖੋ ਵੱਖਰੇ ਹੋ ਗਏ। ਇਸੇ ਤਰ੍ਹਾਂ ਇੱਕ ਪਾਰ ਬ੍ਰਹਮ ਪਰਮੇਸ਼ਰ ਹੀ ਅਨੇਕ ਰੂਪ ਹੋ ਕੇ ਵਰਤਦਾ ਹੈ, ਪਰ ਅਨੇਕ ਰੂਪ ਹੋ ਕੇ ਵਰਤਣ ਦੇ ਬਾਵਜੂਦ ਵੀ ਉਹ ਇੱਕ ਹੈ। ਇੱਕ ਓੰਕਾਰ, ਜੋ ਸਾਰਿਆਂ ਵਿੱਚ ਵਿਆਪਕ ਹੈ ਔਰ ਸਰਬ ਦਾ ਪ੍ਰਕਾਸ਼ਕ ਹੈ, ਸਭ ਵਿੱਚ ਰਹਿੰਦਾ। ਜਿਤਨੇ ਸੰਸਾਰ ਦੀ ਇਹ ਹਸਤੀ ਨਜ਼ਰ ਆ ਰਹੀ ਹੈ ਉਹਦੇ ਵਜੂਦ ਕਰਕੇ ਆ ਰਹੀ ਹੈ। ਜਦੋਂ ਤੱਕ ਉਹ ਇਹ ਸਾਰਿਆਂ ਵਿੱਚ ਵਰਤ ਰਿਹਾ ਉਦੋਂ ਤੱਕ ਇਹ ਸਭ ਕੁਝ ਭਾਸ ਰਿਹਾ। ਜਿਸ ਦਿਨ ਉਹਦੀ ਚੇਤਨ ਸੱਤਾ ਇਸ ਵਰਤਾਰੇ ਚੋਂ ਨਿਕਲ ਗਈ ਇਹ ਸਭ ਕੁਝ ਬਿਨਸ ਜਾਏਗਾ। ਤੋ ਓੰਕਾਰ ਇਹ ਸਾਰਿਆਂ ਵਿੱਚ ਜੋ ਪ੍ਰਕਾਸ਼ ਰੂਪ ਹੋ ਕੇ ਪ੍ਰਕਾਸ਼ਕ ਹੈ ਸਭ ਦਾ, ਉਹਨੂੰ ਕਹਿੰਦੇ ਆ ਓੰਕਾਰ। ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਕਿਰਪਾ ਦੁਆਰਾ ਉਹਦੀ ਪ੍ਰਾਪਤੀ ਹੁੰਦੀ ਹੈ। ਸਤਿਗੁਰ ਪ੍ਰਸਾਦ, ਜਦੋਂ ਸਤਿਗੁਰੂ ਜੀ ਕਿਰਪਾ ਕਰਨ ਫਿਰ ਉਸ ਪਰਾਬ੍ਰਹਮ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਤ੍ਰਿਗ ਇਵੇਹਾ ਜੀਵਨਾ ਜਿਤ ਹਰ ਪ੍ਰੀਤ ਨ ਪਾਏ। ਜਿਨ੍ਹਾਂ ਦੇ ਹਿਰਦਿਆਂ ਵਿੱਚ ਹਰੀ ਅਕਾਲ ਪੁਰਖ ਪਰਮੇਸ਼ਰ ਦੀ ਪ੍ਰੀਤ ਨਹੀਂ ਹੈ, ਪਾਤਸ਼ਾਹ ਕਹਿੰਦੇ ਉਹਨਾਂ ਦਾ ਜੀਵਨਾ ਤ੍ਰਿਗ ਹੈ। ਤ੍ਰਿਗ ਦਾ ਪੈਮਾਨਾ ਇਉਂ ਦੱਸਿਆ ਜਾਂਦਾ ਵੀ 100 ਵੇਰੀ ਫੇਟੇ ਮੂੰਹ ਕਹੋ, 100 ਵੇਰੀ ਲਾਹਨਤ ਕਹੋ ਤੇ ਇੱਕ ਵੇਰੀ ਫੇਟੇ ਮੂੰਹ ਬਣਦਾ, ਤੇ 100 ਵੇਰੀ ਕਿਸੇ ਨੂੰ ਫੇਟੇ ਮੂੰਹ ਕਹਿਣ ਤੋਂ ਇੱਕ ਵੇਰੀ ਤ੍ਰਿਗ ਬਣਦਾ। ਤੋ ਪਾਤਸ਼ਾਹ ਕਹਿੰਦੇ ਉਹਦਾ ਜੀਵਣਾ ਹੀ ਤ੍ਰਿਗ ਹੈ ਜਿਸ ਦੇ ਹਿਰਦੇ ਵਿੱਚ ਹਰੀ ਦੀ ਪ੍ਰੀਤ ਨਹੀਂ ਹੈ। ਉਹਦਾ ਜੀਵਣਾ ਹੀ ਤ੍ਰਿਗ ਹੈ। ਲਾਹਨਤ ਹੈ ਉਸ ਦੇ ਜੀਵਨ ਤੇ ਜਿਸ ਦੇ ਜੀਵਨ ਅੰਦਰ ਵਾਹਿਗੁਰੂ ਪਰਮੇਸ਼ਰ ਦਾ ਰਸ ਨਹੀਂ, ਪਰਮੇਸ਼ਰ ਦੀ ਪ੍ਰੀਤ ਨਹੀਂ। ਪ੍ਰੀਤ ਤਾਂ ਜਾਨਵਰ ਵੀ ਇੱਕ ਦੂਜੇ ਨਾਲ ਕਰਦੇ ਐ, ਉਹਨਾਂ ਵਿੱਚ ਵੀ ਪਰਮੇਸ਼ਰ ਨੇ ਇਹ ਕਲਾ ਪੈਦਾ ਕੀਤੀ ਹੋਈ। ਪਰ ਮਨੁੱਖ ਤਾਂ ਇਹਨਾਂ ਸਾਰਿਆਂ ਤੋਂ ਸਰਵੋਤਮ ਹੈ, ਸ੍ਰੇਸ਼ਟ ਹੈ। ਤੇ ਮਨੁੱਖ ਦੀ ਸਰਵ ਸ੍ਰੇਸ਼ਟਤਾ ਦਾ ਸਭ ਤੋਂ ਵੱਡਾ ਪ੍ਰਮਾਣ ਇਹੀ ਹੈ ਕਿ ਮਨੁੱਖ ਅੰਦਰ ਪ੍ਰਭੂ ਦੀ ਪ੍ਰੀਤ ਉਪਜਦੀ ਹੈ, ਪਰਮੇਸ਼ਰ ਦਾ ਪ੍ਰੇਮ ਉਪਜਦਾ ਹੈ। ਤੋ ਇਸ ਕਰਕੇ ਗੁਰਦੇਵ ਕਹਿੰਦੇ ਉਹਨਾਂ ਦਾ ਜੀਵਣਾ ਹੀ ਤ੍ਰਿਗ ਹੈ ਜਿਨ੍ਹਾਂ ਅੰਦਰ ਹਰੀ ਦੀ ਪ੍ਰੀਤ ਨਹੀਂ। ਤੇ ਜਿਨ੍ਹਾਂ ਅੰਦਰ ਹਰੀ ਦੀ ਪ੍ਰੀਤ ਹੈ, ਪਰਮੇਸ਼ਰ ਦੀ ਪ੍ਰੀਤ ਹੈ, ਉਹਨਾਂ ਦੀ ਜ਼ਿੰਦਗੀ ਸਫਲ ਹੈ, ਉਹਨਾਂ ਦਾ ਜੀਵਨ ਸਕਾਰਥ ਹੈ। ਪਾਤਸ਼ਾਹ ਦੇ ਬਚਨ ਨੇ ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲ ਨਾ। ਦੁਨੀਆਂ ਦੀਆਂ ਜਿੰਨੀਆਂ ਪ੍ਰੀਤਾਂ ਹਨ ਉਹਨਾਂ ਸਰਬ ਪ੍ਰੀਤਾਂ ਵਿੱਚੋਂ ਸਭ ਤੋਂ ਸ੍ਰੇਸ਼ਟ ਤੇ ਵੱਡੀ ਪ੍ਰੀਤ ਮੋਹਨ ਲਾਲ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਪ੍ਰੀਤ ਹੈ, ਪ੍ਰਭੂ ਦੀ ਪ੍ਰੀਤ ਹੈ। ਔਰ ਦੁਨੀਆਂ ਦੀਆਂ ਪ੍ਰੀਤਾਂ ਇੱਕ ਅੰਗੀ ਹੁੰਦੀਆਂ ਨੇ। ਕਲਗੀਧਰ ਸੁਆਮੀ ਜੀ ਦੇ ਬਚਨ ਨੇ ਕਿ ਸੰਸਾਰ ਵਿੱਚ ਪ੍ਰੀਤ ਕਈ ਪ੍ਰਕਾਰ ਦੀ।
ਗੁਰਦੇਵ ਕਹਿੰਦੇ ਏਕ ਨਾ ਪ੍ਰੀਤ ਕੇ ਭੇਦ ਜਨੈ, ਇੱਕ ਕੀਨ ਕਰੈ ਇੱਕ ਕੀਨ ਜੋ ਜਾਣੈ। ਕਲਗੀਧਰ ਜੀ ਦੇ ਬਚਨ ਨੇ। ਇੱਕ ਉਹ ਨੇ ਜਿਨ੍ਹਾਂ ਨੂੰ ਪ੍ਰੀਤ ਦੀ ਕੋਈ ਕਦਰ ਨਹੀਂ, ਪ੍ਰੇਮ ਦੀ ਕੋਈ ਕਦਰ ਨਹੀਂ। ਕੋਈ ਉਹਨਾਂ ਨਾਲ ਪ੍ਰੇਮ ਕਰੇ, ਉਹਦੇ ਪ੍ਰੇਮ ਦੀ ਕੋਈ ਕਦਰ ਨਹੀਂ ਕਰਦੇ। ਜਿਵੇਂ ਬਿੱਛੂ ਦਾ ਸੁਭਾਅ, ਜਿੰਨਾ ਮਰਜ਼ੀ ਉਹਦੇ ਨਾਲ ਕੋਈ ਪ੍ਰੇਮ ਕਰੇ ਉਹਨੇ ਡੰਗ ਮਾਰਨਾ। ਬਿੱਛੂ ਦੇ ਸਮਾਨ ਬਹੁਤ ਲੋਕ ਨੇ ਜਿਨ੍ਹਾਂ ਨਾਲ ਪ੍ਰੀਤ ਕਰੋ ਤੇ ਉਹ ਪ੍ਰੀਤ ਦੀ ਕਦਰ ਨਹੀਂ ਕਰਦੇ, ਪ੍ਰੇਮ ਦੀ ਕਦਰ ਨਹੀਂ ਕਰਦੇ। ਉਹਨਾਂ ਬਾਰੇ ਮਹਾਰਾਜ ਜੀ ਨੇ ਲਿਖਿਆ ਏਕ ਨਾ ਪ੍ਰੀਤ ਕੇ ਭੇਦ ਜਨ ਹੈ। ਉਹ ਪ੍ਰੀਤ ਦੇ ਪ੍ਰੇਮ ਦੀ ਭੇਦ ਨੂੰ ਜਾਣਦੇ ਹੀ ਨਹੀਂ ਵੀ ਪ੍ਰੇਮ ਹੈ ਕੀ। ਇੱਕ ਕੀਨ ਕਰੈ ਇੱਕ ਕੀਨ ਜੋ ਜਾਣੈ। ਇੱਕ ਉਹ ਨੇ ਕਿ ਜਿਨ੍ਹਾਂ ਨਾਲ ਤੁਸੀਂ ਪ੍ਰੀਤ ਕਰੋਗੇ ਉਹ ਤਾਂ ਬਦਲੇ 'ਚ ਤੁਹਾਡੇ ਨਾਲ ਪ੍ਰੀਤ ਕਰਨਗੇ। ਤੇ ਇੱਕ ਉਹ ਨੇ ਕਿ ਜਦੋਂ ਪ੍ਰੀਤ ਕਿਸੇ ਨਾਲ ਪੈਂਦੀ ਹੈ ਉਦੋਂ ਉਸ ਪ੍ਰੀਤ ਦੇ ਰਹੱਸ ਨੂੰ, ਉਹ ਪ੍ਰੇਮ ਦੀ ਖੇਡ ਨੂੰ ਸਮਝਦੇ ਆ। ਤੋ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਪ੍ਰੀਤ ਜਦੋਂ ਕੋਈ ਕਰੇਗਾ ਉਦੋਂ ਜਾਣੇਗਾ ਕਿ ਇਸ ਪ੍ਰੀਤ ਵਿੱਚ ਰਸ ਕੀ ਹੈ, ਆਨੰਦ ਕੀ ਹੈ। ਇਸ ਪ੍ਰੀਤ ਵਿੱਚ ਰਸ ਕੀ ਹੈ। ਜਦੋਂ ਤੱਕ ਪ੍ਰੀਤ ਨਹੀਂ ਯਾਦ ਰੱਖਣਾ ਉਦੋਂ ਤੱਕ ਵਿਸ਼ਵਾਸ ਨਹੀਂ ਵੱਜਦਾ। ਜਿਹਨੂੰ ਆਪਾਂ ਸ਼ਰਧਾ ਕਹਿੰਦੇ ਆ ਉਹ ਸ਼ਰਧਾ ਨਹੀਂ ਬਣਦੀ, ਵਿਸ਼ਵਾਸ ਨਹੀਂ ਬਣਦਾ ਜਦੋਂ ਤੱਕ ਮਾਲਕ ਤੇ ਪ੍ਰੀਤ ਨਾ ਹੋਵੇ। ਉਦੋਂ ਤੱਕ ਤਰਕਾਂ ਕੁਤਰਕਾਂ ਘੇਰਦੀਆਂ ਨੇ। ਤਰਕ ਬੰਦੇ ਨੂੰ ਚੱਲਣ ਨਹੀਂ ਦਿੰਦੀ। ਤਰਕ ਕਦੇ ਵੀ ਪ੍ਰਮਾਤਮਾ ਤੱਕ ਨਹੀਂ ਲਿਜਾ ਸਕਦੀ। ਪ੍ਰੀਤ ਵਿੱਚੋਂ ਉਪਜਿਆ ਹੋਇਆ ਵਿਸ਼ਵਾਸ ਤੇ ਸ਼ਰਧਾ ਉਸ ਪ੍ਰਮਾਤਮਾ ਦੇ ਵਿੱਚ ਜਾ ਕੇ ਅਭੇਦ ਕਰਦੀ ਹੈ। ਕਿਸੇ ਆਖਿਆ ਵੀ ਤਰਕ ਤੋਂ ਬਿਨਾਂ ਕਿਵੇਂ ਗੱਲ ਬਣੇਗੀ? ਉਹ ਕਹਿੰਦੇ ਤਰਕ ਤਾਂ ਪਰਮਾਰਥ ਵਿੱਚ ਚਾਹੀਦੀ ਨਹੀਂ, ਤਰਕ ਪਰਮਾਤਮਾ ਤੱਕ ਲਿਜਾ ਹੀ ਨਹੀਂ ਸਕਦੀ। ਭੱਟਾਚਾਰਿਆ ਨਾਮ ਦੇ ਇੱਕ ਮਹਾਂਪੁਰਸ਼ ਵਿਦਵਾਨ ਹੋਏ। ਉਹਨਾਂ ਨੇ ਬੜਾ ਸੁੰਦਰ ਕਿਹਾ। ਉਹ ਕਹਿਣ ਲੱਗੇ ਤੁਸੀਂ ਕਿਵੇਂ ਕਹਿੰਦੇ ਹੋ ਤਰਕ ਜਿਹੜੀ ਹੈ ਅੱਗੇ ਲੈ ਕੇ ਜਾਏਗੀ, ਤਰਕ ਤਾਂ ਚੱਲਣ ਹੀ ਨਹੀਂ ਦੇਵੇਗੀ। ਲੋਕ ਕਹਿੰਦੇ ਅਸੀਂ ਕਿਵੇਂ ਮੰਨੀਏ। ਉਹਨਾਂ ਨੇ ਆਪਣਾ ਇੱਕ ਪੈਰ ਚੁੱਕ ਲਿਆ। ਕਹਿਣ ਲੱਗੇ ਮੈਂ ਇਹ ਪੈਰ ਜ਼ਮੀਨ ਤੇ ਤਾਂ ਰੱਖਾਂਗਾ ਜੇ ਕੋਈ ਮੈਨੂੰ ਇਹ ਦੱਸੇ ਵੀ ਮੇਰਾ ਇਹ ਪੈਰ ਜਦੋਂ ਮੈਂ ਰੱਖਾਂ ਇਹ ਤਿਲਕੇਗਾ ਨਹੀਂ, ਇਹਦੇ ਨਾਲ ਇਹ ਜ਼ਮੀਨ ਥੱਲੇ ਡਿੱਗੇਗੀ ਨਹੀਂ, ਕਿ ਇਹ ਜ਼ਮੀਨ ਪੱਕੀ ਹੈ ਕਿ ਨਹੀਂ, ਇਹ ਪਥਰੀਲੀ ਹੈ, ਨਰਮ ਹੈ, ਜਾਂ ਇਹਦੇ ਵਿੱਚ ਥੱਲੇ ਪੋਲਾਪਨ ਹੈ, ਜਾਂ ਇਹਦੇ ਵਿੱਚ ਤਿਲਕਣਬਾਜ਼ੀ ਹੈ। ਕੋਈ ਦੱਸੇਗਾ ਮੈਂ ਤਾਂ ਦੂਸਰਾ ਕਦਮ ਪੁੱਟਾਂਗਾ। ਉੱਥੇ ਇੱਕ ਇੰਜੀਨੀਅਰ ਸੀ, ਭੂ ਵਿਗਿਆਨੀ, ਜਿਹੜਾ ਜ਼ਮੀਨ ਬਾਰੇ ਚੰਗੀ ਤਰ੍ਹਾਂ ਜਾਣਦਾ ਸੀ। ਉਹਨੇ ਚੰਗੀ ਤਰ੍ਹਾਂ ਜ਼ਮੀਨ ਦੀ ਪਰਖ ਕੀਤੀ, ਵੇਖਿਆ ਥੱਲਿਓਂ ਜ਼ਮੀਨ ਪੱਕੀ ਹੈ। ਕਹਿੰਦਾ ਜੀ ਤੁਸੀਂ ਇਹਦੇ ਤੇ ਪੈਰ ਰੱਖ ਸਕਦੇ ਹੋ। ਉਹ ਫਿਰ ਬੋਲੇ ਵੀ ਮੈਂ ਇਹਦੇ ਤੇ ਪੈਰ ਰੱਖਾਂ ਤੇਰੇ ਤੇ ਯਕੀਨ ਕਰਕੇ? ਤੂੰ ਕੀ ਹੈ? ਤੇਰਾ ਵਿਅਕਤੀਤਵ ਕੀ ਹੈ? ਤੂੰ ਆਪਣੀ ਪੜ੍ਹਾਈ ਦੱਸ, ਆਪਣੀ ਡਿਗਰੀ ਦੱਸ, ਵੀ ਤੂੰ ਕਿਵੇਂ ਕਹਿ ਸਕਦਾ ਵੀ ਇਹ ਜ਼ਮੀਨ ਪੱਕੀ ਹੈ ਤੇ ਮੈਂ ਪੈਰ ਧਰਾਂ? ਕਹਿਣ ਲੱਗਾ ਮੈਂ ਬੀਟੈਕ ਕੀਤੀ ਹੋਈ ਹੈ ਇਸ ਵਿਸ਼ੇ ਤੇ। ਕਹਿੰਦੇ ਤੇਰੇ ਵਰਗੇ ਬੀਟੈਕ ਕਰਨ ਵਾਲੇ ਤਾਂ ਹਜ਼ਾਰਾਂ ਹੀ ਟੁਰੇ ਫਿਰਦੇ ਆ। ਤੂੰ ਹੀ ਪ੍ਰਮਾਣਕ ਹੈ, ਤੂੰ ਹੀ ਸਹੀ ਹੈ। ਇਹ ਕਿਵੇਂ ਸਿੱਧ ਹੋਵੇਗਾ ਵੀ ਜੋ ਤੂੰ ਕਹਿ ਰਿਹਾ ਇਹੀ ਸਿੱਧ ਹੈ? ਤੇਰੇ ਵਰਗੇ ਤਾਂ ਹੋਰ ਵੀ ਹੋਣਗੇ। ਤੂੰ ਸਾਰਿਆਂ ਚੋਂ ਸਰਬ ਸ੍ਰੇਸ਼ਟ ਹੈ, ਸਰਵੋਤਮ ਹੈ, ਇਹ ਮੈਂ ਕਿਵੇਂ ਮੰਨਾਂ? ਕਹਿੰਦੇ ਤਰਕ ਅੱਗੇ ਤੋਂ ਅੱਗੇ ਚੱਲਦੀ ਜਾਏਗੀ। ਜੇ ਇਉਂ ਅੱਗੇ ਤੋਂ ਅੱਗੇ ਚੱਲਦੀ ਜਾਏਗੀ ਕਦੇ ਦੂਸਰਾ ਪੈਰ ਪੁੱਟ ਕੇ ਜ਼ਮੀਨ ਤੇ ਰੱਖ ਹੀ ਨਹੀਂ ਸਕਾਂਗੇ। ਖੜਾ ਖੜਾ ਹੀ ਬੰਦਾ ਮਰ ਜਾਏਗਾ, ਅੱਗੇ ਪਹੁੰਚੇਗਾ ਹੀ ਨਹੀਂ ਕਿਤੇ। ਤੋ ਤਰਕ ਇਹ ਹੈ, ਉਹ ਇੱਕ ਵੀ ਕਦਮ ਅੱਗੇ ਪੁੱਟਣ ਨਹੀਂ ਦਿੰਦੀ। ਜਦੋਂ ਕੋਈ ਸ਼ਰਧਾ ਤੇ ਵਿਸ਼ਵਾਸ ਨਾਲ ਭਰ ਜਾਂਦਾ, ਇੱਕ ਕਦਮ ਉਹਨੇ ਜ਼ਮੀਨ ਤੇ ਰੱਖਿਆ,
ਉਹ ਕਹਿੰਦਾ ਜੇ ਦੂਸਰਾ ਵੀ ਅੱਗੇ ਧਰਾਂਗਾ ਤਾਂ ਚੱਲਾਂਗਾ, ਜੇ ਡਿੱਗਾਂਗਾ ਵੇਖੀ ਜਾਏਗੀ, ਘੱਟੋ ਘੱਟ ਚੱਲਾਂਗਾ, ਪਤਾ ਤਾਂ ਲੱਗੇਗਾ ਵੀ ਅੱਗੇ ਕਿੱਥੇ ਪਹੁੰਚਾਂਗਾ। ਵਿਸ਼ਵਾਸ ਤੇ ਹੀ ਅੱਗੇ ਤੋਂ ਅੱਗੇ ਕਦਮ ਪੁੱਟ ਕੇ ਜਾਏਗਾ ਨਾ, ਨਹੀਂ ਤਾਂ ਖੜਾ ਖੜਾ ਆਖਰ ਕੀ ਕਰੇਗਾ। ਤਰਕ ਬੰਦੇ ਨੂੰ ਖੜਾ ਕਰ ਦਿੰਦੀ ਹੈ, ਵਿਸ਼ਵਾਸ ਤੇ ਯਕੀਨ ਬੰਦੇ ਨੂੰ ਪ੍ਰਗਤੀਸ਼ੀਲ ਬਣਾ ਦਿੰਦਾ ਹੈ। ਔਰ ਉਹ ਵਿਸ਼ਵਾਸ, ਉਹ ਸ਼ਰਧਾ ਤਦੇ ਉਤਪੰਨ ਹੁੰਦੀ ਹੈ ਜੇ ਤੁਹਾਡੇ ਹਿਰਦੇ ਵਿੱਚ ਆਪਣੇ ਇਸ਼ਟ ਪ੍ਰਤੀ ਪ੍ਰੀਤ ਹੈ, ਪ੍ਰੇਮ ਹੈ ਕਿ ਮੇਰਾ ਮਾਲਕ ਇਹੋ ਜਿਹਾ ਸਬਲ ਤੇ ਸਮਰੱਥ ਦੇਵ ਹੈ ਕਿ ਜੇ ਮੈਂ ਖੂਹ ਵਿੱਚ ਵੀ ਪੈਰ ਧਰਾਂਗਾ ਤਾਂ ਉਹ ਆਪਣੇ ਹੱਥ ਦੇ ਕੇ ਮੈਨੂੰ ਉਸ ਖੂਹ 'ਚ ਡਿੱਗਣ ਨਹੀਂ ਦੇਵੇਗਾ। ਇਹ ਵਿਸ਼ਵਾਸ ਹੈ। ਮੇਰਾ ਸਾਹਿਬ ਮੈਨੂੰ ਮਾੜੇ ਥਾਂ ਤੇ ਜਾਣ ਨਹੀਂ ਦੇਵੇਗਾ। ਤੇ ਜਿਨ੍ਹਾਂ ਅੰਦਰ ਪ੍ਰੀਤ ਨਹੀਂ ਉਹਨਾਂ ਅੰਦਰ ਵਿਸ਼ਵਾਸ ਵੀ ਨਹੀਂ, ਉਹਨਾਂ ਅੰਦਰ ਗੁਰੂ ਤੇ ਪ੍ਰਤੀਤ ਵੀ ਨਹੀਂ। ਇਸ ਕਰਕੇ ਜਿਹੜੇ ਪ੍ਰੀਤ ਤੋਂ ਸਖਣੇ ਤੇ ਵਿਹੂਣੇ ਨੇ ਉਹਨਾਂ ਬਾਬਤ ਪਾਤਸ਼ਾਹ ਕਹਿੰਦੇ ਉਹਨਾਂ ਦਾ ਜੀਵਣਾ ਹੀ ਤ੍ਰਿਗ ਹੈ। ਤ੍ਰਿਗ ਇਵੇਹਾ ਜੀਵਣਾ ਜਿਤ ਹਰ ਪ੍ਰੀਤ ਨਾ ਪਾਏ। ਜਿਨ੍ਹਾਂ ਅੰਦਰ ਹਰੀ ਸਰੀਰ ਮਿਲਿਆ, ਇਹ ਮਨੁੱਖੀ ਸਰੀਰ ਪ੍ਰਾਪਤ ਹੋਇਆ, ਆਖਰਕਾਰ ਇਹਦੀਆਂ ਕੁਝ ਕਦਰਾਂ ਕੀਮਤਾਂ ਨੇ। ਇਹ ਸਰਬ ਸ੍ਰੇਸ਼ਟ ਹੈ, ਸਰਵੋਤਮ ਹੈ। ਤੇ ਜੇ ਇਹੋ ਜੇ ਸਰਵੋਤਮ ਸਰੀਰ ਨੂੰ ਪ੍ਰਾਪਤ ਕਰਕੇ ਵੀ ਇਹਦੇ 'ਚ ਪਰਮੇਸ਼ਰ ਦੀ ਪ੍ਰੀਤ ਨਹੀਂ ਪ੍ਰਾਪਤ ਕਰ ਸਕੇ ਤਾਂ ਫਿਰ ਇਹੋ ਜੇ ਜੀਵਨੇ ਨੂੰ ਤਰਕਾਰ ਹੈ। ਜੇ ਤੋ ਕੰਮ ਹਰ ਵਿਸਰੈ ਦੂਜਾ ਲੱਗੈ ਜਾਏ। ਜਿਸ ਕੰਮ ਕਰਕੇ, ਜਿਨ੍ਹਾਂ ਕੰਮਾਂ ਕਰਕੇ ਹਰੀ ਵਿਸਰਦਾ ਉਹਨਾਂ ਕੰਮਾਂ ਨੂੰ ਵੀ ਤਰਕਾਰ। ਜਿਤ ਕੰਮ ਹਰ ਵਿਸਰ, ਜਿਨ੍ਹਾਂ ਕੰਮਾਂ ਕਰਕੇ ਹਰੀ ਵਿਸਰਦਾ ਔਰੇ ਜੀਵ ਦੂਜੇ ਭਾਵ ਵਿੱਚ ਦੁਬਦਾ ਵਿੱਚ ਜਾ ਲੱਗਦਾ। ਮਹਾਰਾਜ ਜੀ ਕਹਿੰਦੇ ਇਹੋ ਜਿਹਾ ਕੰਮਾਂ ਤੇ ਵੀ ਤਰਕਾਰ ਹੈ। ਫਿਰ ਇਹੋ ਜਿਹਾ ਕੰਮ ਕਰਨਾ ਹੀ ਕਿਉਂ ਜਿਸ ਕੰਮ ਨੂੰ ਕੀਤਿਆਂ ਰੱਬ ਵਿਸਰ ਜਾਏ, ਪਰਮੇਸ਼ਰ ਵਿਸਰ ਜਾਏ। ਸਿਆਣਾ ਤੇ ਸੂਝਵਾਨ ਮਨੁੱਖ ਉਹੀ ਹੈ ਕਿ ਜਦੋਂ ਕੋਈ ਕਰਮ ਕਰੇ ਤੇ ਕਰਦਿਆਂ ਵੇਖੇ ਕਿ ਇਸ ਕਰਮ ਨੂੰ ਕਰਦਿਆਂ ਮੈਂ ਆਪਣੇ ਮਾਲਕ ਤੋਂ ਦੂਰ ਤਾਂ ਨਹੀਂ ਹੁੰਦਾ, ਆਪਣੇ ਪ੍ਰਭੂ ਤੋਂ ਦੂਰ ਤਾਂ ਨਹੀਂ ਹੁੰਦਾ, ਕਿ ਇਹ ਕੰਮ ਮੈਨੂੰ ਮੇਰੇ ਮਾਲਕ ਤੋਂ ਤੋੜੇਗਾ ਤਾਂ ਨਹੀਂ। ਉਹ ਸੁਚੇਤ ਹੋ ਜਾਂਦਾ। ਤੇ ਜਿਨ੍ਹਾਂ ਕੰਮਾਂ ਕਰਕੇ ਹਰੀ ਵਿਸਰ ਜਾਵੇ, ਪਰਮੇਸ਼ਰ ਭੁੱਲ ਜਾਵੇ, ਮਹਾਰਾਜ ਜੀ ਕਹਿੰਦੇ ਉਹਨਾਂ ਕੰਮਾਂ ਤੇ ਤਰਕਾਰ ਹੈ। ਐਸਾ ਸਤਿਗੁਰ ਸੇਵੀਐ ਮਨਾ ਜਿਤ ਸੇਵਿਐ ਗੋਬਿੰਦ ਪ੍ਰੀਤ ਊਪਜੈ ਆਵਰ ਬਿਸਰ ਸਭ ਜਾਏ। ਐਸਾ ਸਤਿਗੁਰੂ ਸੇਵੀਏ ਹੈ ਮੇਰਿਆ ਮਨਾ, ਐਸੇ ਸਤਿਗੁਰਾਂ ਦੀ ਸੇਵਾ ਕਰੀਏ ਜਿਸ ਸਤਿਗੁਰਾਂ ਦੀ ਸੇਵਾ ਕੀਤਿਆਂ ਗੋਬਿੰਦ ਦੀ, ਪਰਮੇਸ਼ਰ ਦੀ ਹਿਰਦੇ 'ਚ ਪ੍ਰੀਤ ਉਪਜਦੀ ਹੈ। ਐਸੇ ਗੁਰੂ ਦੀ ਸੇਵਾ ਕਰੀਏ। ਔਰ ਗੁਰੂ ਦੀ ਸੇਵਾ ਕੀਤਿਆਂ ਅਵਰ ਬਿਸਰ ਸਭ ਜਾਏ। ਜਦੋਂ ਹਰੀ ਦੀ ਪ੍ਰੀਤ ਹਿਰਦੇ ਵਿੱਚ ਉਤਪੰਨ ਹੁੰਦੀ ਹੈ ਤਾਂ ਉਸ ਦੀ ਪ੍ਰੀਤ ਉਪਜਣ ਤੋਂ ਬਾਅਦ ਬਾਕੀ ਸਭ ਕੁਝ ਵਿਸਰ ਜਾਂਦਾ, ਭੁੱਲ ਜਾਂਦਾ। ਫਿਰ ਜਿਸ ਨਾਲ ਪ੍ਰੀਤ ਹੈ ਬਸ ਉਸੇ ਦੀ ਲਟਕ ਲੱਗ ਜਾਂਦੀ ਹੈ। ਜਿਹਦੇ ਨਾਲ ਪ੍ਰੇਮ ਹੋਵੇ ਫਿਰ ਉਸੇ ਦਾ ਚਿੰਤਨ ਦਿਨ ਰਾਤ ਅੱਠੇ ਪੈਰ ਹਿਰਦੇ ਵਿੱਚ ਚੱਲ ਪੈਂਦਾ, ਬਾਕੀ ਸਭ ਕੁਝ ਵਿਸਰ ਜਾਂਦਾ ਹੈ। ਹਰ ਸੇਤੀ ਚਿਤ ਗਹਿ ਰਹੈ ਜਰਾ ਕਾ ਭਉ ਨਾ ਹੋਵਈ ਜੀਵਨ ਪਦਵੀ ਪਾਈ। ਜਿਹੜੇ ਗੁਰਮੁਖ ਜਨ ਆਪਣੇ ਹਿਰਦੇ ਵਿੱਚ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਚਿੰਤਨ ਨੂੰ ਗ੍ਰਹਿਣ ਕਰਕੇ ਰੱਖਦੇ ਨੇ, ਉਹਨਾਂ ਨੂੰ ਬੁਢੇਪੇ ਦਾ ਭਉ ਨਹੀਂ ਵਿਆਪਦਾ। ਨਹੀਂ ਤਾਂ ਇਹ ਜਰਾ ਰੋਗ, ਬੁਢੇਪੇ ਦਾ ਰੋਗ ਵੀ ਹਿਰਦੇ ਨੂੰ ਭੈ ਭੀਤ ਕਰਦਾ। ਸਾਹਿਬ ਫਰਮਾਉਂਦੇ ਜਿਨ੍ਹਾਂ ਦੇ ਅੰਦਰ ਹਰੀ ਅਕਾਲ ਪੁਰਖ ਪਰਮੇਸ਼ਰ ਦਾ ਚਿੰਤਨ ਹੈ
ਉਹਨਾਂ ਨੂੰ ਜਰਾ ਦਾ ਬੁਢੇਪੇ ਦਾ ਭਉ ਨਹੀਂ ਹੁੰਦਾ। ਉਹ ਅਸਲ ਵਿੱਚ ਜੀਵਨ ਦੀ ਉਸ ਮਹਾ ਪਦਵੀ ਨੂੰ ਹਾਸਲ ਕਰ ਲੈਂਦੇ ਨੇ ਜਿਸ ਜੀਵਨ ਪਦਵੀ ਤੇ ਪਹੁੰਚ ਕੇ ਉਹ ਸੁਤੰਤਰ ਹੋ ਜਾਂਦੇ ਨੇ, ਕਿਸੇ ਪ੍ਰਕਾਰ ਦੀ ਪ੍ਰਤੰਤਰਤਾ ਦੇ ਅਧੀਨ ਨਹੀਂ ਰਹਿੰਦੇ। ਹਾਂਜੀ। ਰਹਾਉ ਗੋਬਿੰਦ ਪ੍ਰੀਤ ਸਿਉ ਇਕ ਸਹਿਜ ਉਪਜਿਆ, ਵੇਖ ਜੈਸੀ ਭਗਤ ਬਾਣੀ। ਉਸ ਗੋਬਿੰਦ ਦੇ ਨਾਲ ਪ੍ਰੀਤ ਕਰਕੇ ਹਿਰਦੇ ਵਿੱਚ ਇੱਕ ਗਿਆਨ ਉਪਜਿਆ, ਸਹਿਜ, ਜਿਹਨੂੰ ਸ਼ਾਂਤੀ ਕਹਿੰਦੇ ਆ, ਟਿਕਾ ਕਹਿੰਦੇ ਆ। ਕਿਸੇ ਨੇ ਪੁੱਛਿਆ ਕਿਸੇ ਮਹਾਤਮਾ ਪਾਸੋਂ, ਸਹਿਜ ਸ਼ਾਂਤੀ ਦੀ ਪਰਿਭਾਸ਼ਾ ਕੀ ਹੈ? ਸ਼ਾਂਤੀ ਕਿਸ ਨੂੰ ਕਹਿੰਦੇ ਆ? ਇਸ ਵਕਤ ਆਪ ਸਾਰੇ ਸ਼ਾਂਤ ਹੋ ਕੇ ਬੈਠੇ ਹੋ, ਤੇ ਜਦੋਂ ਸ਼ਾਂਤ ਹੋ ਕੇ ਕੋਈ ਬੈਠਾ ਹੋਵੇ ਕਿ ਇਸੇ ਨੂੰ ਸ਼ਾਂਤੀ ਕਹਿੰਦੇ ਆ? ਸਰੀਰਕ ਤੌਰ ਤੇ ਵੇਖੀਏ ਤੇ ਆਪਾਂ ਇਸ ਵੇਲੇ ਸਭ ਸ਼ਾਂਤ ਆ, ਪਰ ਮਨ ਵਿੱਚ ਤਾਂ ਪਤਾ ਨਹੀਂ ਕਿੰਨੇ ਬਡੰਬਰ ਪੈਦਾ ਹੁੰਦੇ ਹੋਣਗੇ, ਕਿਤਨੇ ਤੂਫਾਨ ਆਉਂਦੇ ਹੋਣਗੇ, ਕਿਤਨੀ ਹਿਲਜੁਲ ਹੋਵੇਗੀ। ਇਹਦਾ ਮਤਲਬ ਇਹ ਸ਼ਾਂਤੀ ਨਹੀਂ। ਕਿਸੇ ਪਹਾੜ ਦੀ ਗੁਫਾ ਜਾਂ ਕੰਦਰ ਵਿੱਚ ਜਾ ਕੇ ਕੋਈ ਲੁਕ ਕੇ ਬਹਿ ਜਾਏ ਵੀ ਹੁਣ ਇੱਥੇ ਸ਼ਾਂਤੀ ਹੈ, ਕੀ ਇਹੀ ਸ਼ਾਂਤੀ ਦੀ ਪਰਿਭਾਸ਼ਾ? ਇਸ ਨੂੰ ਸ਼ਾਂਤੀ ਦੀ ਪਰਿਭਾਸ਼ਾ ਨਹੀਂ ਕਿਹਾ ਜਾ ਸਕਦਾ। ਉਹ ਮਹਾਤਮਾ ਕਹਿਣ ਲੱਗੇ ਸ਼ਾਂਤੀ ਦੀ ਪਰਿਭਾਸ਼ਾ ਇਹ ਹੈ ਕਿ ਤੁਹਾਡੇ ਅੰਦਰ ਸ਼ਾਂਤੀ ਹੈ। ਇਹਦਾ ਪ੍ਰਮਾਣ ਉਦੋਂ ਮਿਲੇਗਾ ਵੀ ਜਦੋਂ ਤੁਹਾਡੇ ਕੋਲ ਆ ਕੇ ਖਲੋ ਕੇ ਤੁਹਾਨੂੰ 5-7 ਗਾਲਾਂ ਕੱਢ ਜਾਏ, ਤੁਸੀਂ ਬਦਲੇ ਵਿੱਚ ਪਲਟਵਾਂ ਕੋਈ ਜਵਾਬ ਹੀ ਨਾ ਦਿਓ, ਸਗੋਂ ਉਹਦੀ ਮੂਰਖਤਾ ਨੂੰ ਵੇਖ ਕੇ ਤੁਹਾਨੂੰ ਹਾਸੀ ਆਉਂਦੀ ਹੋਵੇ, ਤਾਂ ਸਮਝ ਲਓ ਤੁਹਾਡਾ ਹਿਰਦਾ ਸ਼ਾਂਤ ਹੈ, ਤੁਹਾਡਾ ਹਿਰਦਾ ਸ਼ਾਂਤ ਹੈ। ਸ਼ੁਕਰਾਤ ਨੂੰ ਕਿਸੇ ਨੇ ਗਾਲ ਕੱਢੀ, ਉਹ ਕਹਿਣ ਲੱਗਾ ਵੀ ਦੱਸ ਵੀ ਜਿਹੜੀ ਇਹ ਗਾਲੀ ਤੂੰ ਗਾਲ ਮੈਨੂੰ ਦੇ ਰਿਹਾ ਹੈ, ਕਿ ਇਹ ਗਾਲ ਦੁਨੀਆ ਦੇ ਹਰ ਇੱਕ ਵਿਅਕਤੀ ਤੇ ਲਾਗੂ ਹੁੰਦੀ ਹੈ, ਵੀ ਇਹ ਸਮੂਹਿਕ ਤੌਰ ਤੇ ਸਾਰਿਆਂ ਤੇ ਵਰਤੀ ਜਾ ਸਕਦੀ ਹੈ, ਤੇਰੇ ਤੇ ਵੀ, ਜਿਤਨੇ ਵੀ ਸੰਸਾਰ ਦੇ ਨੇ ਲੋਕ? ਉਹ ਕਹਿਣ ਲੱਗਾ ਨਹੀਂ। ਤੇ ਕਹਿੰਦਾ ਫਿਰ ਮੈਨੂੰ ਅਫਸੋਸ ਕਰਨ ਦੀ ਕੀ ਲੋੜ ਹੈ ਕਿ ਤੂੰ ਮੇਰੇ ਲਈ ਕਹਿ ਰਿਹਾ, ਜੇ ਸਾਰਿਆਂ ਤੇ ਲਾਗੂ ਨਹੀਂ ਹੁੰਦੀ ਤੇ ਮੇਰੇ ਤੇ ਕਿਵੇਂ ਲਾਗੂ ਹੋ ਸਕਦੀ ਹੈ? ਹਿਰਦੇ ਦਾ ਟਿਕਾ ਤੇ ਸ਼ਾਂਤੀ, ਇਹਨੂੰ ਕਹਿੰਦੇ ਆ ਸਹਿਜ। ਪਰ ਉਸ ਸ਼ਾਂਤੀ ਨੂੰ ਬਹਾਲ ਰੱਖਣ ਵਾਸਤੇ ਵੀ ਉਹ ਸदैवी ਬਣੀ ਰਹੇ, ਕਲਗੀਧਰ ਸੁਆਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸ਼ਸਤਰ ਚੁੱਕਦੇ ਨੇ ਤਾਂ ਅਸ਼ਾਂਤੀ ਲਈ ਨਹੀਂ, ਕਿ ਉਹ ਸ਼ਾਂਤੀ ਬਣੀ ਰਹੇ ਇਸ ਕਰਕੇ ਚੁੱਕਦੇ ਆ, ਕਿਉਂਕਿ ਸ਼ਾਂਤ ਬੈਠਿਆਂ ਨੂੰ ਜਦੋਂ ਤਤੀਆਂ ਤਵੀਆਂ ਤੇ ਬਿਠਾਉਣ ਲੱਗ ਪਏ, ਸ਼ਾਂਤ ਬੈਠਿਆਂ ਦੇ ਜਦੋਂ ਸੀਸ ਚਾਂਦਨੀ ਦੇ ਚੌਂਕ ਵਿੱਚ ਧੜ ਤੋਂ ਵੱਖਰੇ ਕਰਨ ਲੱਗ ਪਏ, ਤਾਂ ਫਿਰ ਲੋੜ ਸੀ ਕਿ ਉਹ ਸ਼ਾਂਤੀ ਬਣੀ ਰਹੇ ਸ਼ਸਤਰ ਚੁੱਕਣ ਦੀ। ਇਹ ਸੰਸਾਰ ਵਿੱਚ ਅਗਰ ਕਦੋਂ ਵੀ ਸ਼ਾਂਤੀ ਬਹਾਲ ਹੋਵੇਗੀ ਤਾਂ ਉਸ ਸ਼ਾਂਤੀ ਨੂੰ ਬਹਾਲ ਰੱਖਣ ਦਾ ਇੱਕੋ ਇੱਕ ਤਰੀਕਾ ਹੈ, ਸ਼ਸਤਰ। ਤਦੇ ਤਾਂ ਦੇਸ਼ ਆਪਣਾ, ਦੇਸ਼ਾਂ ਦਾ 3% ਖਰਚਾ ਇਹਨਾਂ ਸ਼ਸਤਰਾਂ ਅਸਤਰਾਂ ਦੇ ਉੱਤੇ ਹੀ ਕਰਦੇ ਆ, ਇਹਦੇ ਕਰਕੇ ਸ਼ਾਂਤੀ ਬਣੀ ਰਹੇਗੀ। ਮਹਾਰਾਜ ਕਲਗੀਧਰ ਜੀ ਦੇ ਬਚਨ ਨੇ, ਯੁੱਧ ਕਰੇ ਤਬ ਸ਼ਾਂਤ। ਜਦੋਂ ਜੰਗ ਹੋਵੇਗਾ ਉਸ ਤੋਂ ਬਾਅਦ ਫਿਰ ਐਨ ਇੱਕ ਵਾਰੀ ਸ਼ਾਂਤੀ ਹੋ ਜਾਂਦੀ। ਪਹਿਲਾਂ ਚੰਗੀ ਕੜਾ ਕੜੀ ਹੁੰਦੀ, ਦੋਹਾਂ ਪਾਸਿਓਂ ਦੋਹਾਂ ਤਰਫਿਓਂ ਸੈਂਕੜੇ ਲੋਕ ਮਰਦੇ, ਖਤਮ ਹੁੰਦੇ, ਅਖੀਰ ਨੂੰ ਬਾਅਦ ਵਿੱਚ ਸ਼ਾਂਤੀ ਬਣ ਜਾਂਦੀ। ਖੈਰ, ਗਰੀਬ ਨਿਵਾਜ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਗੋਬਿੰਦ ਦੀ ਪ੍ਰੀਤ ਹਿਰਦੇ ਵਿੱਚ ਸਹਿਜ ਪੈਦਾ ਕਰਦੀ ਹੈ,
ਟਿਕਾ ਪੈਦਾ ਕਰਦੀ ਹੈ, ਸ਼ਾਂਤੀ ਪੈਦਾ ਕਰਦੀ ਹੈ। ਜਿਸ ਸਹਿਜ ਨੂੰ ਵੇਖ ਕੇ ਪਰਮੇਸ਼ਰ ਦੀ ਭਗਤੀ ਬਣਾਉਂਦੀ, ਵੇਖ ਜੈਸੀ ਭਗਤ ਬਣੀ, ਉਸ ਪ੍ਰੀਤ ਦੇ ਨਾਲ, ਉਸ ਪ੍ਰੀਤ ਨੂੰ ਵੇਖ ਕੇ ਪਰਮੇਸ਼ਰ ਦੀ ਭਗਤੀ ਬਣਾਈ। ਆਪ ਸੇਤੀ ਆਪ ਖਾਇਆ, ਤਾਂ ਮਨ ਨਿਰਮਲ ਹੋਆ, ਜੋਤੀ ਜੋਤ ਸਮਈ। ਜਦੋਂ ਆਪਣੇ ਆਪੇ ਭਾਵ ਨੂੰ ਖਤਮ ਕੀਤਾ, ਆਪ ਸੇਤੀ ਆਪ ਖਾਇਆ, ਆਪਣੇ ਆਪ ਨੂੰ ਆਪ ਹੀ ਖਾਣਾ ਪਵੇਗਾ। ਯਾਨੀ ਕਿ ਆਪਣੇ ਆਪ ਨੂੰ ਆਪ ਹੀ ਮਿਟਾਣਾ ਪਵੇਗਾ। ਆਪਣੀ ਖੁਦੀ ਨੂੰ, ਆਪਣੀ ਮੈਂ ਨੂੰ ਬ੍ਰਹਮ ਚਿੰਤਨ ਵਿੱਚ ਵਿਲੈ ਕਰਕੇ ਜਦੋਂ ਕੋਈ ਆਪਣੇ ਆਪੇ ਨੂੰ ਮਿਟਾ ਦਿੰਦਾ ਤਾਂ ਫਿਰ ਉਹਦਾ ਮਨ ਨਿਰਮਲ ਹੋ ਜਾਂਦਾ। ਤੇ ਜਿਸ ਦਾ ਮਨ ਨਿਰਮਲ ਹੋ ਜਾਵੇ, ਉਹਦੀ ਜੋਤ ਉਸ ਜੋਤੀ ਸਰੂਪ ਵਾਹਿਗੁਰੂ ਪਰਮੇਸ਼ਰ ਵਿੱਚ ਸਮਾ ਜਾਂਦੀ ਹੈ, ਅਭੇਦ ਹੋ ਜਾਂਦੀ ਹੈ। ਬਿਨ ਭਾਗਾ ਐਸਾ ਸਤਿਗੁਰ ਨਾ ਪਾਈਐ, ਜੇ ਲੋਚੈ ਸਭ ਕੋਏ। ਜੇ ਸਾਰੀ ਦੁਨੀਆ ਚਾਹਵੇ ਕਿ ਸਾਨੂੰ ਐਸਾ ਗੁਰੂ ਮਿਲ ਜਾਏ, ਜਿਸ ਗੁਰੂ ਦੇ ਮਿਲਦਿਆਂ ਹਿਰਦੇ ਵਿੱਚ ਮਨ 'ਚ ਆਨੰਦ ਬਣ ਜਾਏ, ਜਿਸ ਗੁਰੂ ਨੂੰ ਮਿਲਦਿਆਂ ਸਾਡੇ ਅੰਦਰ ਆਤਮਾ ਦੇ ਗਿਆਨ ਦੀ ਸੋਝੀ ਹੋ ਆਵੇ, ਜੇ ਸਾਰੀ ਦੁਨੀਆ ਚਾਹੇ ਕਿ ਸਾਨੂੰ ਐਸਾ ਗੁਰੂ ਮਿਲ ਜਾਏ, ਤਾਂ ਮਹਾਰਾਜ ਜੀ ਕਹਿੰਦੇ ਨਹੀਂ ਮਿਲਦਾ, ਕਿਉਂਕਿ ਐਸਾ ਗੁਰੂ ਭਾਗਾਂ ਤੋਂ ਬਿਨਾਂ ਪ੍ਰਾਪਤ ਨਹੀਂ ਹੁੰਦਾ। ਬਿਨ ਭਾਗਾਂ ਐਸਾ ਸਤਿਗੁਰ ਨਾ ਪਾਈਐ। ਭਾਗਾਂ ਤੋਂ ਬਿਨਾਂ ਐਸੇ ਸਤਿਗੁਰਾਂ ਦਾ ਮੇਲ ਪ੍ਰਾਪਤ ਨਹੀਂ ਹੁੰਦਾ, ਚਾਹੇ ਸਾਰੀ ਦੁਨੀਆ ਚਾਹੁੰਦੀ ਹੋਵੇ। ਹਾਂਜੀ। ਕੂੜੈ ਕੀ ਪਾਲ ਵਿੱਚੋਂ ਨਿਕਲੈ, ਤਾਂ ਸਦਾ ਸੁਖ ਹੋਏ। ਜਿਨ੍ਹਾਂ ਦੇ ਹਿਰਦਿਆਂ ਚੋਂ ਕੂੜ ਦੀ ਕੰਧ ਟੁੱਟ ਜਾਂਦੀ ਹੈ, ਪਾਲ ਕਹਿੰਦੇ ਆ ਕੰਧ ਨੂੰ, ਬੰਨੇ ਨੂੰ, ਜਿਨ੍ਹਾਂ ਅੰਦਰੋਂ ਝੂਠ ਦਾ ਬੰਨਾ ਟੁੱਟ ਜਾਂਦਾ, ਵਿੱਚੋਂ ਨਿਕਲ ਜਾਂਦੀ ਹੈ ਝੂਠ ਦੀ ਕੰਧ, ਫਿਰ ਉਹ ਸਦਾ ਵਾਸਤੇ ਸੁਖੀ ਹੋ ਜਾਂਦਾ। ਜਦੋਂ ਤੱਕ ਇਹ ਝੂਠ ਦੀ ਕੰਧ ਬਣੀ ਹੋਈ ਹੈ, ਉਦੋਂ ਤੱਕ ਜੀਵ ਦੁਖੀ ਹੈ, ਪਰਤੰਤਰ ਹੈ। ਜਦੋਂ ਇਹ ਝੂਠ ਦੀ ਕੰਧ ਟੁੱਟ ਜਾਏ ਤੇ ਸੁਤੰਤਰ ਹੋ ਜਾਂਦਾ, ਤੇ ਸੁਤੰਤਰ ਹੋ ਕੇ ਫਿਰ ਸਦਾ ਵਾਸਤੇ ਸੁਖ ਮਾਣਦਾ ਹੈ। ਨਾਨਕ ਐਸੇ ਸਤਿਗੁਰ ਕੀ ਕਿਆ ਉਹ ਸੇਵਕ ਸੇਵਾ ਕਰੇ। ਕਹਿੰਦੇ ਜਿਸ ਸਤਿਗੁਰਾਂ ਦੀ ਦਇਆ ਨਾਲ ਐਸੀ ਆਤਮਾ ਦੀ ਸੋਝੀ ਪ੍ਰਾਪਤ ਹੁੰਦੀ ਹੈ, ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਐਸੇ ਸਤਿਗੁਰਾਂ ਦੀ ਉਹ ਸੇਵਕ ਕੀ ਸੇਵਾ ਕਰੇ। ਪੁੱਛਿਆ, ਸਵਾਲ ਕੀਤਾ ਵੀ ਐਸੇ ਗੁਰੂ ਦੀ ਕੀ ਸੇਵਾ ਕਰੀਏ ਜਿਸ ਗੁਰੂ ਨੇ ਦਇਆ ਕਰਕੇ ਸਾਡੇ ਅੰਦਰੋਂ ਝੂਠ ਦੀ ਕੰਧ ਨੂੰ ਤੋੜ ਦਿੱਤਾ ਹੈ। ਉਸ ਗੁਰੂ ਦੀ ਕੀ ਸੇਵਾ ਕਰੀਏ, ਉਸ ਗੁਰੂ ਨੂੰ ਕੀ ਦੇਈਏ, ਕੀ ਭੇਟਾ ਕਰੀਏ। ਤਾਂ ਜਵਾਬ ਦਿੰਦੇ ਹਨ, ਗੁਰ ਆਗੈ ਜੀਉ ਤਰੇ। ਕਹਿਣ ਲੱਗੇ, ਭਾਈ ਐਸੇ ਗੁਰੂ ਦੇ ਅੱਗੇ ਆਪਣਾ ਜੀੜਾ ਭੇਟ ਕਰਦੇ, ਆਪਣਾ ਹਿਰਦਾ ਭੇਟ ਕਰਦੇ, ਜਿਹਨੂੰ ਆਪਾਂ ਮਨ ਕਹਿੰਦੇ ਆ, ਮਨ ਭੇਟ ਕਰਦੇ। ਮਨ ਵੇਚੈ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਆਪਣਾ ਮਨ ਐਸੇ ਗੁਰੂ ਦੇ ਅੱਗੇ ਅਰਪਣ ਕਰਦੇ, ਗੁਰੂ ਅੱਗੇ ਭੇਟ ਕਰਦੇ। ਹਾਂਜੀ। ਸਤਿਗੁਰ ਕਾ ਭਾਣਾ ਚਿਤ ਕਰੇ, ਸਤਿਗੁਰ ਆਪੇ ਕਿਰਪਾ ਕਰੇ। ਜਿਹੜੇ ਸਤਿਗੁਰਾਂ ਦਾ ਭਾਣਾ ਆਪਣੇ ਚਿੱਤ ਵਿੱਚ ਵਸਾਉਂਦੇ ਹਨ, ਗੁਰੂ ਦੀ ਰਜ਼ਾ ਵਿੱਚ ਚੱਲਣਾ ਸ਼ੁਰੂ ਕਰ ਦੇਣ, ਗੁਰੂ ਹੁਕਮ ਦੀ ਪਾਲਣਾ ਕਰਨੀ। ਖਾਲਸਾ ਜੀ ਇੱਕ ਸਧਾਰਨ ਧਰਮ ਹੈ, ਜਿਹੜਾ ਸੰਸਾਰ ਦੇ ਸਮਸਤ ਮਨੁੱਖਾਂ ਦਾ, ਸਭ ਦਾ ਸਾਂਝਾ ਧਰਮ ਹੈ। ਹੁਣ ਸੱਚ ਬੋਲਣਾ ਸੰਸਾਰ ਦੇ ਸਾਰੇ ਮਨੁੱਖਾਂ ਦਾ ਸਾਂਝਾ ਧਰਮ ਹੈ। ਨਿੰਦਾ ਨਹੀਂ ਕਰਨੀ, ਚੁਗਲੀ ਨਹੀਂ ਕਰਨੀ, ਸਰਬ ਮਨੁੱਖਤਾ ਦਾ ਸਾਂਝਾ ਧਰਮ ਹੈ। ਇੱਕ ਹੁੰਦਾ ਅਸਾਧਾਰਨ ਧਰਮ, ਜੋ ਗੁਰੂ ਨੇ ਕਿਹਾ ਉਸ ਦੀ ਪਾਲਣਾ ਕਰਨੀ, ਜੋ ਸਤਿਗੁਰਾਂ ਨੇ ਕਿਹਾ ਉਸ ਨੂੰ ਗ੍ਰਹਿਣ ਕਰਨਾ, ਗੁਰੂ ਦੀ ਆਗਿਆ 'ਚ ਚੱਲਣਾ, ਗੁਰੂ ਦੇ ਹੁਕਮ ਦੀ ਪਾਲਣਾ ਵਿੱਚ, ਗੁਰੂ ਦੀ ਰਜ਼ਾ ਵਿੱਚ ਆਪਣੇ ਆਪ ਨੂੰ ਢਾਲਣਾ,
ਤਾਂ ਮਹਾਰਾਜ ਜੀ ਕਹਿੰਦੇ ਜਿਹੜੇ ਗੁਰੂ ਦੀ ਰਜ਼ਾ 'ਚ ਚੱਲਦੇ ਨੇ, ਗੁਰੂ ਦੇ ਭਾਣੇ ਵਿੱਚ ਚੱਲਦੇ ਨੇ, ਉਹਨਾਂ ਤੇ ਸਤਿਗੁਰੂ ਜੀ ਤਰਸ ਕਰਕੇ ਤਿਨਾਂ ਨੂੰ ਆਪਣੇ ਵਿੱਚ ਅਭੇਦ ਕਰ ਲੈਂਦੇ ਹਨ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਤਿਨਾਂ ਨੂੰ ਆਪਣੇ ਵਿੱਚ ਮਿਲਾ ਕੇ ਅਭੇਦ ਕਰ ਲੈਂਦੇ ਹਨ।